पंचायती ਜ਼ਮੀਨਾਂ ਨੂੰ ਲੈ ਕੇ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਅੱਜ ਵੱਡਾ ਬਿਆਨ ਆਇਆ ਹੈ। ਕਿਸਾਨਾਂ ਨਾਲ ਮੀਟਿੰਗ ਤੋਂ ਬਾਅਦ ਉਹਨਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਸ਼ਾਮਲਾਟ ਜ਼ਮੀਨ 'ਤੇ ਜੇਕਰ ਕਿਸੇ ਦਾ ਘਰ ਹੈ ਤਾਂ ਉਸ ਨੂੰ ਢਾਇਆ ਨਹੀਂ ਜਾਵੇਗਾ। ਪੰਚਾਇਤੀ ਜ਼ਮੀਨ ਅਕਵਾਇਰ ਕਰਨ ਤੋਂ ਪਹਿਲਾਂ ਹੁਣ ਸਰਕਾਰ ਵੱਲੋਂ ਬਕਾਇਦਾ 15 ਦਿਨ ਦਾ ਨੋਟਿਸ ਦਿੱਤਾ ਜਾਵੇਗਾ। 30 ਜੂਨ ਤੱਕ ਲੋਕ ਆਪਣੀ ਜ਼ਮੀਨ ਦੇ ਸਬੂਤ ਪੇਸ਼ ਕਰਕੇ ਆਪਣਾ ਪੱਖ ਵੀ ਰੱਖ ਸਕਦੇ ਹਨ। ਇਸ ਤੋਂ ਬਾਅਦ ਖਰਚਾ ਤੇ ਪਰਚਾ ਮੁਹਿੰਮ ਚਲਾਈ ਜਾਵੇਗੀ। ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੋਕਾਂ ਨੂੰ ਕੀਤੀ ਗਈ ਅਪੀਲ ਦਾ ਅਸਰ ਸਦਕਾ ਹੀ ਪੰਜਾਬ ਦੇ ਲੋਕ ਖੁਦ ਜ਼ਮੀਨਾਂ ਛੱਡ ਰਹੇ ਹਨ। ਤੁਹਾਨੂੰ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਹੇਠ, ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਸੀਂ 1 ਮਈ ਤੋਂ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਸ਼ਾਮਲਾਟੀ ਪੰਚਾਇਤ ਦੀਆਂ ਜ਼ਮੀਨਾਂ ਉਹਨਾਂ ਨੂੰ ਕਬਜ਼ਾ ਮੁਕਤ ਕਰਨ ਵਾਸਤੇ ਇੱਕ ਮੁਹਿੰਮ ਜਿਹੜੀ ਚਲਾਈ ਹੈ ਔਰ ਉਸ ਮੁਹਿੰਮ ਨੂੰ ਬਹੁਤ ਵਧੀਆ ਹੰਗਾਰਾ ਜਿਹੜਾ ਪੰਜਾਬ ਦੇ ਵਿੱਚ ਮਿਲਿਆ। ਅੱਜ ਤੱਕ ਜਿਹੜਾ ਅਜੇ ਟਾਈਮ ਰਹਿੰਦਾ ਹੈ, ਮੇਰਾ ਖਿਆਲ ਹੈ ਕਿ ਅਸੀਂ ਸਾਡਾ ਦਿਹਾਤੀ ਵਿਕਾਸ ਤੇ ਪੰਚਾਇਤੀ ਰਾਜ ਮਹਿਕਮਾ 2600 ਏਕੜ ਦੇ ਲਾਗੇ ਅੱਜ ਤੱਕ ਜਿਹੜਾ ਅਸੀਂ ਆਪਣੀ ਜ਼ਮੀਨ ਤੋਂ ਜਿਹੜੇ ਨਜਾਇਜ਼ ਕਬਜ਼ੇ ਸੀ ਉਹ ਹਟਾਏ ਆ। ਕੁਝ ਪਿਛਲੇ ਦਿਨਾਂ ਤੋਂ ਤੌਖਲੇ ਜਿਹੜੇ ਸਾਡੀ ਮੁਹਿੰਮ ਵਾਲੇ ਖੜੇ ਸੀਗੇ, ਪਿਛਲੇ ਦਿਨੀ ਸਾਡੀਆਂ ਕਿਸਾਨ ਜਥੇਬੰਦੀਆਂ, ਸਾਡੇ ਮਾਨਯੋਗ ਆਗੂ ਐਸੇ ਜਗ੍ਹਾ ਤੇ ਸੀਐਮ ਸਾਹਿਬ ਦੇ ਨਾਲ, ਮਾਨ ਸਾਹਿਬ ਦੇ ਨਾਲ ਮੀਟਿੰਗ ਹੋਈ ਸੀਗੀ। ਉਹਨਾਂ ਮੰਗਾਂ ਦੇ ਵਿੱਚ ਇੱਕ ਮੰਗ ਇਹ ਵੀ ਸੀਗੀ ਕਿ ਜਿਹੜੇ ਛੋਟੇ, ਜਿਹੜੇ 1.5-2 ਕਿੱਲਿਆਂ ਵਾਲੇ, ਜਿਨ੍ਹਾਂ ਦੀ ਰੋਟੀ ਰੋਜੀ ਇਸੇ ਜ਼ਮੀਨ ਦੇ ਸਿਰ ਤੇ ਹੈ, ਉਹਨਾਂ ਦੇ ਭਵਿੱਖ ਦੇ ਬਾਰੇ ਵਿੱਚ ਬੜੀ ਚਿੰਤਾ ਸੀਗੀ। ਉਦੋਂ ਅਸੀਂ ਤੈਅ ਕੀਤਾ ਸੀ ਅੱਜ ਦੀ ਮੀਟਿੰਗ ਬਾਰੇ। ਸੋ ਅੱਜ 23 ਕਿਸਾਨ ਜਥੇਬੰਦੀਆਂ ਦੇ ਆਗੂ, ਜਿਨ੍ਹਾਂ ਦੇ ਨਾਲ ਅਸੀਂ ਕਰੀਬ, ਅੱਜ ਵੀ ਉਹਨਾਂ ਹੀ ਟਾਈਮ ਹੋ ਗਿਆ, ਕਰੀਬ 2.5-3 ਘੰਟੇ ਅਸੀਂ ਕਾਫੀ ਚੀਜ਼ਾਂ ਜਿਹੜੀਆਂ ਡਿਸਕਸ ਕੀਤੀਆਂ। ਸਾਡੀ ਸਭ ਦੀ ਇਹ ਸਹਿਮਤੀ ਬਣੀ ਹੈ ਕਿ ਜਿਹੜੀ ਅਸੀਂ ਇਹ ਕਬਜ਼ਾ ਛਡਾਉਣ ਲਈ ਮੁਹਿੰਮ ਸ਼ੁਰੂ ਕੀਤੀ ਹੈ, ਇਹ ਬਿਲਕੁਲ ਵਧੀਆ, ਠੀਕ ਹੈ, ਇਹਨੂੰ ਜਾਰੀ ਰੱਖਿਆ ਜਾਊਗਾ। ਔਰ ਜਿਹੜੇ ਛੋਟੇ ਕਿਸਾਨ ਨੇ, 1 ਕਿੱਲੇ ਵਾਲੇ, 1.5 ਵਾਲੇ, 2 ਵਾਲੇ, 2.5 ਵਾਲੇ, ਜਿਨ੍ਹਾਂ ਨੇ, ਮੇਰੀ ਗੱਲ ਧਿਆਨ ਨਾਲ ਸੁਣਿਓ, ਜਿਨ੍ਹਾਂ ਨੇ ਪਿਛਲੇ ਕਾਫੀ ਸਮੇਂ ਤੋਂ 26 ਜਨਵਰੀ 1950 ਤੋਂ ਪਹਿਲਾਂ ਵੀ, ਕੁਛ ਨੇ ਬਾਅਦ ਦੇ ਵਿੱਚ, ਇਹ ਜ਼ਮੀਨਾਂ ਜਿਹੜੀਆਂ ਮਤਲਬ ਉਹਨਾਂ ਨੇ ਵਾਹੀਯੋਗ ਬਣਾਈਆਂ ਸੀਗੀਆਂ, ਉਹ ਉਹਨਾਂ ਜ਼ਮੀਨਾਂ ਤੇ ਬੈਠੇ ਸੀਗੇ। ਸੋ ਇਸ ਗੱਲ ਦੇ ਕਾਫੀ ਤੌਖਲੇ ਜਿਹੜੇ ਸੀਗੇ ਮੀਡੀਆ ਦੇ ਵਿੱਚ ਕਿ ਸ਼ਾਇਦ ਅਸੀਂ ਸਾਰੇ ਇਹਨਾਂ ਲੋਕਾਂ ਨੂੰ, ਜਿਹੜੇ ਗਰੀਬ ਲੋਕ ਨੇ ਜਿਨ੍ਹਾਂ ਦੀ ਰੋਟੀ ਰੋਜੀ ਇਹਦੇ ਤੇ ਹੈ, ਕਿ ਇਹਨਾਂ ਨੂੰ ਵੀ ਅਸੀਂ ਸ਼ਾਇਦ ਉੱਥੋਂ ਜਿਹੜਾ ਕੱਢ ਰਹੇ ਹਾਂ। ਇਹ ਮਾਨ ਸਾਹਿਬ ਨੇ ਵੀ ਪਹਿਲਾਂ ਕਲੀਅਰ ਕੀਤਾ ਸੀਗਾ, ਮੈਂ ਵੀ ਅੱਗੇ ਕਈ ਵਾਰ ਮੀਡੀਆ ਦੇ ਵਿੱਚ ਇਹ ਕਲੀਅਰ ਕਰ ਚੁੱਕਾ ਕਿ ਕਿਸੇ ਗਰੀਬ ਕਿਸਾਨ ਦੇ ਨਾਲ, ਕਿਸੇ ਗਰੀਬ ਮਜ਼ਦੂਰ ਦੇ ਨਾਲ ਕੋਈ ਧੱਕਾ ਨਹੀਂ ਕਰਾਂਗੇ, ਕੋਈ ਧੱਕਾ ਹੋਣ ਨਹੀਂ ਦਿਆਂਗੇ। ਔਰ ਜਿੰਨਾ ਸਾਡਾ ਪ੍ਰੋਸੈਸ ਚੱਲੂਗਾ ਉਹ ਕਾਨੂੰਨੀ ਚੱਲੂਗਾ, ਲੀਗਲੀ ਚੱਲੂਗਾ, ਪੰਚਾਇਤੀ ਰਾਜ ਦੇ ਐਕਟ ਅਨੁਸਾਰ ਚੱਲੂਗਾ। ਇਸ ਕਰਕੇ ਅਸੀਂ ਤੈਅ ਕੀਤਾ ਕਿ ਜਿਹੜੇ ਇਹ ਕਿਸਾਨ ਨੇ ਛੋਟੇ, ਜਿਨ੍ਹਾਂ ਨੇ ਜ਼ਮੀਨਾਂ ਵਾਹੀਯੋਗ ਬਣਾਈਆਂ, ਸਾਰਾ ਕੁਝ ਕੀਤਾ, ਉਹਨਾਂ ਦੇ ਭਵਿੱਖ ਬਾਰੇ ਇੱਕ ਵੱਖਰੀ ਰਣਨੀਤੀ ਜਿਹੜੀ ਤੈਅ ਕਰਾਂਗੇ। ਉਦੋਂ ਦੇ ਵਿੱਚ ਸਾਡੇ ਨਾਲ ਸਾਡੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਹੋਣਗੇ। ਇੱਕ ਅਸੀਂ 9 ਮੈਂਬਰੀ ਕਮੇਟੀ ਜਿਹੜੀ ਆ ਉਹਦੇ ਲਈ ਗਠਿਤ ਕਰਾਂਗੇ। ਸਾਡੇ ਅਧਿਕਾਰੀ ਹੋਣਗੇ ਤੇ ਕਿਸਾਨ ਲੀਡਰ ਹੋਣਗੇ, ਜਿਹੜੇ ਛੋਟੇ ਕਿਸਾਨ ਨੇ, ਜਿਨ੍ਹਾਂ ਨੇ ਜ਼ਮੀਨਾਂ ਜਿਹੜੀਆਂ ਵਾਹੀਯੋਗ ਕੀਤੀਆਂ ਸੀਗੀਆਂ, ਉਹਨਾਂ ਦੇ ਭਵਿੱਖ ਬਾਰੇ
ਉਹਨਾਂ ਨੇ ਜਿਹੜੇ ਕੇਸ ਉਹਨਾਂ ਦੇ ਹਰੇ ਆ ਹਾਈ ਕੋਰਟਾਂ ਚੋਂ ਸੁਪਰੀਮ ਕੋਰਟਾਂ ਦੇ ਵਿੱਚੋਂ ਥੱਲਿਓਂ ਅਸੀਂ ਕੀ ਕੁਝ ਕਰ ਸਕਦੇ ਹਾਂ ਉਹਦੇ ਵਾਸਤੇ ਉਹਨਾਂ ਦੇ ਭਵਿੱਖ ਲਈ ਅਸੀਂ ਕੀ ਕਰ ਸਕਦੀ ਹੈ ਮਾਨ ਸਾਹਿਬ ਦੀ ਸਰਕਾਰ ਉਹ ਚੀਜ਼ਾਂ ਸਾਰੀਆਂ ਅਸੀਂ ਮੀਟਿੰਗ ਕਰਕੇ ਕਮੇਟੀ ਮੀਟਿੰਗ ਕਰਕੇ ਜਿਹੜੀ ਤੈਅ ਕਰੂਗੀ ਜੇ ਕਮੇਟੀ ਤੈਅ ਕਰੂਗੀ ਕਿ ਜੇ ਪੰਚਾਇਤੀ ਰਾਜ ਐਕਟ ਦੇ ਅਨੁਸਾਰ ਉਹਨਾਂ ਕਿਸਾਨਾਂ ਦਾ ਉਹਨਾਂ ਗਰੀਬ ਕਿਸਾਨਾਂ ਦਾ ਜੇ ਮਸਲਾ ਹੱਲ ਹੋ ਗਿਆ ਤੇ ਬਿਲਕੁਲ ਸਹੀ ਆ ਠੀਕ ਹੈ ਜੇ ਨਾ ਹੋਇਆ ਅਸੀਂ ਇਹਨਾਂ ਗਰੀਬ ਲੋਕਾਂ ਦੇ ਲਈ ਜਿਹੜੇ ਇੰਨੀ ਮਿਹਨਤ ਕਰਦੇ ਆ ਉਹਨਾਂ ਗਰੀਬ ਲੋਕਾਂ ਲਈ ਇਹਨੂੰ ਜਿਹੜਾ ਆਪਾਂ ਵਿਧਾਨ ਸਭਾ 'ਚ ਵੀ ਖੜ ਸਕਦੇ ਆ ਵਿਧਾਨ ਸਭਾ 'ਚ ਵੀ ਜਿਹੜਾ ਬਚਾ ਸਕਦੇ ਆ ਪਰ ਸੰਭਵ ਹੈ ਕਿ ਜਿਹੜਾ ਪੰਚਾਇਤੀ ਰਾਜ ਐਕਟ ਹੈ ਇਹਦੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਨੇ ਇਹਦੇ ਅਨੁਸਾਰ ਹੀ ਅਸੀਂ ਇਹ ਮਾਮਲਾ ਜਿਹੜਾ ਹੱਲ ਕਰ ਲਾਂਗੇ ਪਰ ਜੇ ਕਿਤੇ ਇਦਾਂ ਦੀ ਲੋੜ ਪੈ ਗਈ ਤੇ ਮਾਨ ਸਾਹਿਬ ਦੀ ਸਰਕਾਰ ਜਿਹੜੀ ਹੈ ਪੰਜਾਬ ਦੇ ਗਰੀਬ ਲੋਕਾਂ ਦੇ ਹੱਕਾਂ ਲਈ ਹਿੱਤਾਂ ਲਈ ਹਰ ਥਾਂ ਤੇ ਜਿਹੜੀ ਜਾ ਸਕਦੀ ਹੈ ਦੂਜੀ ਗੱਲ ਕਿਸੇ ਵੀ ਬੰਦੇ ਦਾ ਕੋਈ ਜਿਹੜਾ ਘਰ ਚਾਹੇ ਕਿ ਗਰੀਬ ਬੰਦੇ ਦਾ ਸ਼ਾਮਲਾ ਥਾਂ ਤੇ ਘਰ ਹੈ ਜਾਂ ਕਿਸੇ ਕਿਸਾਨ ਦਾ ਛੋਟੇ ਕਿਸਾਨ ਦਾ ਘਰ ਹੈ ਕਿਸੇ ਦਾ ਵੀ ਅਸੀਂ ਘਰ ਜਿਹੜਾ ਬਿਲਕੁਲ ਨਹੀਂ ਢਾਵਾਂਗੇ ਅੱਗੇ ਜਦੋਂ ਅਸੀਂ ਕਬਜ਼ਾ ਲੈਣ ਜਾਂਦੇ ਸੀਗੇ ਤੇ ਸਾਡੇ ਮਾਨਯੋਗ ਡੀਡੀਪੀਓ ਸਾਹਿਬ ਸਾਡੇ ਏਡੀਸੀ ਸਾਹਿਬ ਜਿਹੜੇ 7 ਦਿਨ ਲਈ 7 ਦਿਨ ਪਹਿਲਾਂ ਨੋਟਿਸ ਦਿੰਦੇ ਸੀਗੇ ਕਿ ਜਿਹਦੀ ਵੀ ਜ਼ਮੀਨ ਛਡਾਉਂਦੇ ਸੀ ਅਸੀਂ ਉੱਥੇ ਨੋਟਿਸ ਘੱਲਦੇ ਸੀਗੇ ਅਗਲੇ ਨੂੰ ਦੱਸਦੇ ਸੀਗੇ ਕਿ ਤੇਰੇ ਕੋਲ ਆ ਜ਼ਮੀਨ ਹੈ ਤੇਰੇ ਕੋਲ ਆ ਥਾਂ ਆ ਤੂੰ ਇਹ ਛੱਡ ਦੇ ਤੇ ਹੁਣ ਅਸੀਂ ਤੈਅ ਕੀਤਾ ਕਿਉਂਕਿ ਅਸੀਂ ਮਹਿਸੂਸ ਕੀਤਾ ਸਾਰਿਆਂ ਨੇ ਕਿ 7 ਦਿਨਾਂ ਦੇ ਵਿੱਚ 5 ਦਿਨ ਹੀ ਵਰਕਿੰਗ ਡੇ ਹੁੰਦੇ ਆ ਜੇ ਕੋਈ ਛੁੱਟੀ ਆ ਜਾਏ ਕੋਈ ਤਹਿਸੀਲਦਾਰ ਨਾ ਬੈਠੇ ਪਟਵਾਰੀ ਨਾ ਬੈਠੇ ਕਿਤੇ ਵੀਡੀਓ ਨਾ ਮਿਲੇ ਤੇ ਅਗਲਾ ਆਪਣਾ ਪੇਪਰ ਜਿਹੜਾ ਕੋਈ ਸਾਡੇ ਡੀਡੀਪੀਓ ਨੂੰ ਦੇਣ ਲਈ ਸਾਬਤ ਨਹੀਂ ਕਰ ਸਕਦਾ ਉਹਦੇ ਵਾਸਤੇ ਅਸੀਂ 15 ਦਿਨਾਂ ਦਾ ਨੋਟਿਸ ਦਾ ਟਾਈਮ ਰੱਖਿਆ ਹੁਣ ਅਸੀਂ ਜਿੱਥੇ ਜਾਵਾਂਗੇ 15 ਦਿਨਾਂ ਦਾ ਨੋਟਿਸ ਜਿਹੜਾ ਦੇ ਕੇ ਜਾਵਾਂਗੇ ਔਰ ਅਸੀਂ ਕਿਸਾਨ ਲੀਡਰਾਂ ਦੇ ਨਾਲ ਇਹ ਜਾਣਕਾਰੀ ਵੀ ਸਾਂਝੀ ਕੀਤੀ ਹੈ ਕਿ ਸਾਡੇ ਕੋਲ ਸਾਡੇ ਡਿਪਾਰਟਮੈਂਟ ਦੇ ਕੋਲ 8000 ਜਿਹੜਾ ਇਦਾਂ ਦੇ ਸਾਡੇ ਕੋਲ ਮਾਮਲੇ ਆ ਕਿ ਜਿੱਥੇ ਲੋਕ ਜਿਹੜੇ ਆ ਸੁਪਰੀਮ ਕੋਰਟਾਂ ਹਾਈ ਕੋਰਟਾਂ ਦੂਜੀਆਂ ਥਾਵਾਂ ਤੋਂ ਜਿਹੜੇ ਕੇਸ ਆ ਚੁੱਕੇ ਆ ਉਦੋਂ ਉਹਦੇ ਦਖਲ ਵਾਰੰਟ ਜਿਹੜੇ ਬਕਾਇਦਾ ਸਾਡੇ ਡੀਡੀਪੀਓ ਸਾਹਿਬ ਨੇ ਜਿਹੜੀ ਸਾਡੀ ਕੋਰਟ ਹੁੰਦੀ ਹੈ ਪੰਚਾਇਤੀ ਰਾਜ ਐਕਟ ਦੀ ਉਹਦੇ ਤੋਂ ਜਾਰੀ ਕੀਤੇ ਆ ਅਸੀਂ ਫਿਲਹਾਲ ਉਹਦੇ ਤੇ ਜਾ ਰਹੇ ਆ ਸਾਡੇ ਕੋਲ ਜ਼ਮੀਨ ਜਿਹੜੀ ਹੈ ਕਰੀਬ 50000 ਏਕੜ ਦੇ ਇਲਾਕੇ ਚ ਆ ਗਿਆ ਜਿਹੜੀ ਲੋਕਾਂ ਨੇ ਦੱਬੀ ਹੈ ਪਰ 8000 ਏਕੜ ਜਿਹੜਾ ਸਾਡੇ ਕੋਲ ਦਾ ਪੇਪਰ ਵਰਕ ਪੂਰਾ ਰੈਡੀ ਆ ਜਿਹੜਾ ਅਸੀਂ ਸਹਜੇ ਸਭ ਕੋ ਜਿਹੜਾ ਕਬਜ਼ਾ ਜਿਹੜਾ ਉਹ ਲਵਾਂਗੇ ਸੋ ਇਹ ਇੱਕ ਜਿਹੜੀ 15 ਦਿਨ ਦਾ ਨੋਟਿਸ ਦਾ ਦੂਜਾ ਜਿਹੜਾ ਤੁਸੀਂ ਸਭ ਕੁਝ ਪੜਿਆ ਸੀਗਾ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੁਝ ਦਿਨ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕੀਤੀ ਸੀਗੀ ਅਪੀਲ ਕੀਤੀ ਸੀਗੀ ਕਿ ਤੁਸੀਂ ਇਹ ਜ਼ਮੀਨ ਨੂੰ ਆਪਣੇ ਆਪ ਛੱਡ ਦਿਓ ਉਹਨਾਂ ਦੀ ਅਪੀਲ ਦਾ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਅਸਰ ਹੋਇਆ ਬਹੁਤ ਲੋਕ ਸਾਡੇ ਦਫ਼ਤਰਾਂ ਦੇ ਵਿੱਚ ਆਪ ਪੇਪਰ ਲੈ ਕੇ ਆ ਰਹੇ ਆ ਬਹੁਤ ਲੋਕਾਂ ਨੇ ਆ ਕੇ ਸਾਡੇ ਨਾਲ ਆਪ ਸੰਪਰਕ ਕੀਤਾ ਉਹ ਮੁਹਿੰਮ ਨੂੰ ਅਸੀਂ ਜਾਰੀ ਰੱਖਾਂਗੇ ਕਿਸਾਨ ਲੀਡਰਾਂ ਦੀ ਜਿਹੜੀ ਮੰਗ ਸੀਗੀ ਉੱਤੇ ਸਾਡੀ ਸਹਿਮਤੀ ਬਣੀ ਹੈ ਕਿ 31 ਮਈ ਤੋਂ ਇਹ ਸਮਾਂ ਵਧਾ ਕੇ ਅਸੀਂ 30 ਜੂਨ ਤੱਕ ਕਰ ਦਿੱਤਾ ਕਿ ਜੋ ਵੀ ਕੋਈ ਵਿਅਕਤੀ ਪੰਜਾਬ ਦੇ ਵਿੱਚ ਆਪਣਾ ਪੇਪਰ ਵਰਕ ਆਪਣੀ ਜ਼ਮੀਨ ਦਾ ਜਿਹੜੀ ਉਹਦੇ ਕੋਲ ਜ਼ਮੀਨ ਹੈ ਕੋਈ ਦਿਖਾਉਣਾ ਚਾਹੁੰਦਾ ਕੁਛ ਉੱਤੇ ਕਾਰਵਾਈ ਕਾਨੂੰਨੀ ਕਰਨੀ ਚਾਹੁੰਦਾ ਹੈ ਅਜੇ ਵੀ ਹਰ ਇੱਕ ਨੂੰ ਲੀਗਲ ਹੱਕ ਜਿਹੜਾ ਦੇ ਰਹੇ ਕਿ ਉਹ ਆਪਣਾ ਪੇਪਰ ਜਿਹੜਾ ਸਾਡੇ ਡੀਡੀਪੀਓ ਸਾਹਿਬ ਨੂੰ ਜਿਹੜੀਆਂ ਸਾਡੀਆਂ ਜ਼ਿਲ੍ਹੇ ਲੈਵਲ ਤੇ ਕੋਰਟਾਂ ਨੇ ਉਹਨਾਂ ਨੂੰ ਜਿਹੜਾ ਦੇ ਸਕਦਾ 30 ਤੋਂ ਬਾਅਦ 30 ਜੂਨ ਤੋਂ ਬਾਅਦ ਅਸੀਂ ਖਰਚਾ ਤੇ ਪਰਚਾ ਕਰਨ ਵਾਲੀ ਮੁਹਿੰਮ ਜਿਹੜੀ ਹੈ ਉਹ ਸ਼ੁਰੂ ਕਰਾਂਗੇ ਇਸ ਕਰਕੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਖੁਸ਼ੀ ਦੀ ਗੱਲ ਹੈ ਕਿ ਜਿਹੜੇ ਲੋਕ ਇਹ ਕਹਿੰਦੇ ਆ ਕਿ ਘੱਟ ਆ ਦੇਣੇ ਆ ਜੀ ਗਰੀਬਾਂ ਤੇ ਕਬਜ਼ਾ ਕਰ ਲੈਣਾ ਜੀ ਮਾੜੇ ਲੋਕਾਂ ਦੀਆਂ ਜ਼ਮੀਨਾਂ ਮਾਰ ਲੈਣੀਆਂ ਜੀ ਮਾਨ ਸਾਹਿਬ ਦੀ ਸਰਕਾਰ ਦਾ ਕੋਈ ਇਦਾਂ ਦਾ ਪ੍ਰੋਗਰਾਮ ਨਹੀਂ ਬਟ ਮਾਨ ਸਾਹਿਬ ਦੀ ਸਰਕਾਰ ਦਾ ਪ੍ਰੋਗਰਾਮ ਹੈ ਕਿ ਜਿਸ ਵੀ ਕਿਸੇ ਨੇ ਪੰਚਾਇਤੀ ਰਾਜ ਦੀ ਸ਼ਾਮਲਾਟ ਜ਼ਮੀਨ ਦੱਬੀ ਹੈ ਉਹ ਜ਼ਮੀਨ ਅਸੀਂ ਛਡਾਉਣੀ ਹੈ ਉਹ ਟਾਈਮ ਕਈ ਚੀਜ਼ਾਂ ਨੂੰ ਲੱਗ ਜਾਂਦਾ ਸਹਜੇ ਉਹ ਪ੍ਰੋਸੈਸ ਕਰਦਿਆਂ ਜਿੰਨੀ ਵੀ ਜ਼ਮੀਨ ਹੈ 50000 ਏਕੜ ਜਿਹੜੀ ਹੈ ਉਹ ਸਾਰੀ ਅਸੀਂ ਛਡਾਵਾਂਗੇ ਸੋ ਜਿਹੜੀ ਕਮੇਟੀ ਹੈ ਉਹ ਅਗਲੇ ਦਿਨਾਂ ਦੇ ਵਿੱਚ ਐਸੇ ਹਫਤੇ 'ਚ ਹੀ ਆਪਣੀ ਇੱਕ ਮੀਟਿੰਗ ਕਰੂਗੀ
ਮੀਟਿੰਗ ਕਰਕੇ ਜਿਹੜਾ ਉਹ ਅਸੀਂ ਛੋਟੇ ਕਿਸਾਨਾਂ ਦੇ ਭਵਿੱਖ ਬਾਰੇ ਜਿਨ੍ਹਾਂ ਨੇ ਇਸ ਜ਼ਮੀਨ ਨੂੰ ਵਾਹੀਯੋਗ ਬਣਾਇਆ ਉਹਨਾਂ ਨੂੰ ਜਿਹੜਾ ਅਸੀਂ ਇੱਕ ਮੌਕਾ ਦਿਆਂਗੇ, ਵਿਚਾਰਾਂਗੇ ਕਾਨੂੰਨੀ ਤੌਰ ਤੇ ਉਹਨਾਂ ਨੂੰ ਕਿੱਦਾਂ ਉਹਨਾਂ ਦੀ ਮਾਲਕੀ ਦਾ ਹੱਕ ਦਿੱਤਾ ਜਾ ਸਕਦਾ। ਕਿਉਂਕਿ ਤੁਸੀਂ ਦੇਖਿਆ ਹੋਣਾ ਜਿੱਥੇ ਵੀ ਕਿਤੇ ਅਸੀਂ ਕਬਜ਼ਾ ਲੈਣ ਜਾਂਦੇ ਹਾਂ ਹਰ ਇੱਕ ਨੂੰ ਇਹ ਮੌਕਾ ਦਿੰਦੇ ਹਾਂ ਔਰ ਜਿੰਨਾ ਕਬਜ਼ਾ ਲਿਆ ਹੁਣ ਤੱਕ ਜਿੱਥੇ ਲਿਆ ਸੀਗਾ ਉੱਥੇ ਹੀ ਸਰ ਇਹ ਕਬਜ਼ਾ ਜਿਹੜਾ ਉੱਥੇ ਲੋਕਾਂ ਨੂੰ ਦੁਬਾਰਾ ਜਿਹੜਾ ਲੀਜ਼ ਦੇ ਉੱਤੇ ਜ਼ਮੀਨਾਂ ਦਿੱਤੀਆਂ, ਕੋਈ ਜ਼ਮੀਨ ਵੇਚੀ ਨਹੀਂ ਗਈ, ਕੋਈ ਜ਼ਮੀਨ ਕਿਤੇ ਖੜੀ ਨਹੀਂ ਗਈ। ਜਿਹੜਾ ਇਹ ਅਫਵਾਹਾਂ ਇੱਦਾਂ ਦੀਆਂ ਫੈਲਾਈਆਂ ਜਾਂਦੀਆਂ ਇਹ ਬਿਲਕੁਲ ਝੂਠੀਆਂ। ਅਸੀਂ ਉਹਨਾਂ ਨੂੰ ਹੀ ਮੌਕਾ ਦਿੰਦੇ ਹਾਂ ਕਿ ਤੁਹਾਨੂੰ ਮੌਕਾ ਆਓ ਤੁਸੀਂ ਫਿਰ ਲਓ, ਆ ਲੀਜ਼ ਤੇ ਲੈ ਲਓ, ਲੀਗਲ ਤੁਸੀਂ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਆ ਜਾਓ। ਸੋ ਅਸੀਂ ਜਿਹੜੇ ਮਾੜੇ ਲੋਕ ਆ, ਗਰੀਬ ਲੋਕ ਆ, ਉਹਨਾਂ ਦੇ ਹਿੱਤਾਂ ਦੇ ਵਾਸਤੇ ਬਿਲਕੁਲ ਚਟਾਨ ਦੀ ਤਰ੍ਹਾਂ ਮਾਨ ਸਾਹਿਬ ਦੀ ਸਰਕਾਰ ਖੜੀ ਹੈ ਔਰ ਮੈਂ ਬਹੁਤ ਧੰਨਵਾਦੀ ਹਾਂ ਆਪਣੇ ਕਿਸਾਨ ਲੀਡਰਾਂ ਦਾ ਜਿਹੜੇ ਅੱਜ ਆਏ ਜਿਨ੍ਹਾਂ ਨੇ ਬਹੁਤ ਵਧੀਆ ਸੁਝਾਅ ਦਿੱਤੇ। ਔਰ ਜਿਹੜੀ ਚਿੰਤਾ ਸਾਡੀ ਹੈ ਉਹੀ ਚਿੰਤਾ ਕਿਸਾਨ ਲੀਡਰਾਂ ਨੇ ਜ਼ਾਹਰ ਕੀਤੀ ਕਿ ਜਿਹੜੇ ਵੱਡੇ ਲੋਕ ਜਿਨ੍ਹਾਂ ਨੇ ਜ਼ਮੀਨਾਂ ਦੇ ਕਬਜ਼ੇ ਕੀਤੇ ਆ ਉਹਨਾਂ ਨੂੰ ਜਿਹੜਾ ਹਰ ਹਾਲਤ ਦੇ ਵਿੱਚ ਛਡਾਇਆ ਜਾਵੇ, ਪਰ ਛੋਟੇ ਕਿਸਾਨਾਂ ਦਾ ਭਵਿੱਖ ਜਿਹੜਾ ਉਹਨੂੰ ਬਚਾਇਆ ਜਾਵੇ। ਉੱਤੇ ਸਾਡੀ ਸਭ ਦੀ ਸਹਿਮਤੀ ਹੈ। ਅਗਲੇ ਦਿਨਾਂ ਦੇ ਵਿੱਚ ਅਸੀਂ ਤੁਹਾਡੇ ਕੋਲ ਇੱਦਾਂ ਦੀਆਂ ਕੋਈ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਿੱਥੇ ਵੱਡੇ ਲੋਕਾਂ ਦੇ ਜਿੱਥੇ ਵੱਡਿਆਂ ਨੇ ਵੀ ਕਬਜ਼ੇ ਕੀਤੇ, ਬਟ ਸਾਡਾ ਫੋਕਸ ਕਿਉਂਕਿ ਖੇਤੀ ਤੇ 10 ਜੂਨ ਨੂੰ ਝੋਨਾ ਲੱਗ ਜਾਣਾ। ਸਾਡਾ ਮੰਤਵ ਸਰਕਾਰ ਦਾ ਮੰਤਵ ਇਹ ਹੈ ਕਿ 10 ਜੂਨ ਤੱਕ ਜਿੰਨੀ ਜ਼ਮੀਨ ਛਡਾ ਕੇ ਖੇਤੀ ਦੀ ਫਿਰ ਦੁਬਾਰਾ ਉਹਨਾਂ ਨੂੰ ਲੀਜ਼ ਤੇ ਦੇ ਕੇ ਤੇ ਦੁਬਾਰਾ ਲੋਕ ਆਪਣਾ ਝੋਨਾ ਵਗੈਰਾ ਲਾ ਸਕਣ। ਇਸ ਕਰਕੇ ਅਸੀਂ ਪਹਿਲਾਂ ਉਹਨੂੰ ਕੀਤਾ, ਪਰ ਜਿਹੜੀਆਂ ਸ਼ਹਿਰਾਂ ਦੇ ਅੰਦਰ ਸਾਡੀਆਂ ਜ਼ਮੀਨਾਂ ਖਾਸ ਤੌਰ ਤੇ ਮੋਹਾਲੀ ਦੇ ਏਰੀਏ ਦੇ ਵਿੱਚ, ਲੁਧਿਆਣੇ ਦੇ ਵਿੱਚ, ਜਲੰਧਰ ਸ਼ਹਿਰ ਦੇ ਲਾਗੇ ਅੰਮ੍ਰਿਤਸਰ ਸ਼ਹਿਰ ਦੇ ਲਾਗੇ ਉਹਨਾਂ ਜ਼ਮੀਨਾਂ ਨੂੰ ਵੀ ਅਸੀਂ ਛਡਾਵਾਂਗੇ, ਛਡਾਉਣ ਜਾ ਰਹੇ ਹਾਂ। ਉਹਦੀ ਕਾਨੂੰਨੀ ਪ੍ਰਕਿਰਿਆ ਅਸੀਂ ਜਿਹੜੀ ਪੂਰੀ ਕਰ ਰਹੇ ਹਾਂ। ਜਿੱਦਣ ਹੋ ਗਈ ਉਦੋਂ ਅਸੀਂ ਉੱਥੇ ਵੀ ਜਾ ਕੇ ਉਹ ਜ਼ਮੀਨਾਂ ਜਿਹੜੀਆਂ ਛਡਾਵਾਂਗੇ। ਬਸ ਅੱਜ ਦੀ ਮੀਟਿੰਗ ਦਾ ਜਿਹੜਾ ਮੈਂ ਤੁਹਾਡੇ ਨਾਲ ਇੰਨੀਆਂ ਚੀਜ਼ਾਂ ਤੁਹਾਨੂੰ ਦੱਸਣੀਆਂ ਚਾਹੁੰਦਾ ਸੀਗਾ। ਸਾਡੇ ਤੋਂ ਬਾਅਦ ਕਿਸਾਨ ਲੀਡਰ ਵੀ ਬਿਊਰੋ ਰਿਪੋਰਟ, ਪੰਜਾਬ ਟੁਡੇ।